ਪਸ਼ੂ ਪਾਲਣ ਪ੍ਰਬੰਧ ਵਿਭਾਗ ਵਿੱਚ ਆਪ ਸਭ ਦਾ ਨਿੱਘਾ ਸਵਾਗਤ। ਮੈਂ ਡਾਕਟਰ ਦਲਜੀਤ ਕੌਰ ਸਹਾਇਕ ਪ੍ਰੋਫੈਸਰ ਇਸ ਵਿਭਾਗ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ ਔਰ ਇਸ ਵਿਭਾਗ ਦੇ ਵੱਖ-ਵੱਖ ਗਤੀਵਿਧੀਆਂ ਬਾਰੇ ਅੱਜ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ। ਸਾਡਾ ਵਿਭਾਗ ਪਸ਼ੂਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਅਤੇ ਨਾਲੋਂ ਨਾਲ ਪੋਲਟਰੀ ਦੀਆਂ ਵੱਖ-ਵੱਖ ਪ੍ਰਜਾਤੀਆਂ ਦੇ ਚਿਕਿਤਸਾ, ਪਸਾਰ ਅਤੇ ਪ੍ਰਬੰਧ ਦੇ ਬਾਰੇ ਵਿੱਚ ਅਹਿਮ ਸਿਫਾਰਿਸ਼ਾਂ ਦੇ ਉੱਤੇ ਕੰਮ ਕਰਦਾ ਹੈ ਅਤੇ ਇਸ ਤਰ੍ਹਾਂ ਉਹ ਕਿਸਾਨ ਵੀਰਾਂ, ਪਸ਼ੂ ਪਾਲਕਾਂ ਉਹਨਾਂ ਦੇ ਲਈ ਉਹਨਾਂ ਦੇ ਪਾਲਣ ਵਿਵਸਥਾ ਵਿੱਚ ਰਹਿਨੁਮਾਈ ਕਰਦਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਵਿਭਾਗ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਵੇਂ ਕਿ ਸਾਫ਼ ਸੁਥਰਾ ਦੁੱਧ ਉਤਪਾਦਨ, ਜਿਸ ਦੇ ਵਿੱਚ ਕਿਸਾਨ ਵੀਰਾਂ ਨੂੰ, ਪਸ਼ੂ ਪਾਲਕਾਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੀਟਾਣੂਨਾਸ਼ਕ ਘੋਲ ਦੇ ਨਾਲ ਹੱਥ ਧੋਣੇ ਚਾਹੀਦੇ ਹਨ। ਜਿਹੜੇ ਭਾਂਡੇ ਅਸੀਂ ਯੂਜ਼ ਕਰਨੇ ਹੈ ਦੁੱਧ ਚੁਆਈ ਦੇ, ਉਹ ਸਾਫ਼ ਹੋਣੇ ਚਾਹੀਦੇ ਹਨ, ਕੀਟਾਣੂਨਾਸ਼ਕ ਹੋਣੇ ਚਾਹੀਦੇ ਹਨ। ਵਧੀਆ ਤਰੀਕੇ ਨਾਲ ਉਸ ਮਿਲਕਿੰਗ ਨੂੰ ਸਾਨੂੰ ਕਰਨਾ ਚਾਹੀਦਾ ਹੈ। ਅਗਲਾ ਜਿਹੜਾ ਹੈ, ਇਹ ਜਿਹੜੀ ਤੁਸੀਂ ਦੇਖ ਰਹੇ ਹੋ ਗਤੀਵਿਧੀ, ਇਹਦੇ ਵਿੱਚ ਅਸੀਂ ਇਹ ਜਾਣਕਾਰੀ ਦੇ ਰਹੇ ਹਾਂ ਕਿ ਕੱਟੜੂਆਂ ਵੱਛੜੂਆਂ ਦੇ ਸਿੰਗ ਦਾਗਣ ਵੇਲੇ ਕਿਹੜੀਆਂ-ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਲੇ ਦੁਆਲੇ ਵਾਲਾਂ ਨੂੰ ਕੱਟਣਾ, ਨਾੜ ਵਿੱਚ ਟੀਕਾ ਲਗਾ ਕੇ ਕੰਨ ਦੇ ਏਰੀਆ ਨੂੰ ਸੁੰਨ ਕਰਨਾ ਅਤੇ ਜੜ੍ਹ ਦੇ ਵਿੱਚ ਉਹਨੂੰ ਡਿਸਬਡਿੰਗ ਕਰਨੀ ਜਾਂ ਸਿੰਗ ਦਾਗਣਾ। ਇਹ ਨੈਕਸਟ ਜਿਹੜੀ ਸਲਾਈਡ ਤੁਸੀਂ ਦੇਖ ਪਾ ਰਹੇ ਹੋ, ਇਸ ਦੇ ਵਿੱਚ ਬੱਕਰੀਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਛਾਣ ਚਿੰਨ੍ਹ ਅਤੇ ਉਹਨਾਂ ਨੂੰ ਲਗਾਉਣ ਦੀ ਵਿਧੀ ਦੇ ਬਾਰੇ 'ਚ ਦੱਸਿਆ ਗਿਆ ਹੈ। ਜਿਵੇਂ ਕਿ ਪਛਾਣ ਚਿੰਨ੍ਹ ਲਗਾਉਣ ਵਾਲਾ ਯੰਤਰ, ਉਸ ਵਿੱਚ ਚਿੰਨ੍ਹ ਨੂੰ ਫਸਾਉਣ ਦਾ ਤਰੀਕਾ ਅਤੇ ਕੰਨ ਦੇ ਉੱਤੇ ਉਸ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਹੈ, ਉਸ ਦੇ ਬਾਰੇ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੁਣ ਤੁਸੀਂ ਦੇਖੋਗੇ ਸੂਰ ਪਾਲਣ ਸੰਬੰਧੀ ਤਕਨੀਕੀ ਬਾਰੀਕੀਆਂ ਦੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਵਿਭਾਗ ਇਸ ਵਾਸਤੇ ਸਿਫਾਰਿਸ਼ ਕਰਦਾ ਹੈ ਕਿ ਜੇ ਅਸੀਂ ਦੇਖੀਏ ਜਿਹੜਾ ਸੂਰ ਹੈ, ਜਿਵੇਂ ਕਿ 7 ਮਹੀਨਿਆਂ 'ਤੇ ਕਿੰਨਾ ਭਾਰ ਹੋ ਜਾਂਦਾ ਹੈ, 80 ਕਿਲੋ ਦੇ ਲਗਭਗ, ਜਾਂ 120 ਤੋਂ 150 ਕਿਲੋ ਸਰੀਰਕ ਭਾਰ ਵਾਲੀ ਮਾਦਾ ਅਤੇ ਉਸ ਨੂੰ ਨਰ ਨੂੰ ਯੂਜ਼ ਕਰਨਾ ਚਾਹੀਦਾ। ਨਰ ਮਾਦਾ ਦਾ ਅਨੁਪਾਤ 1 ਤੋਂ 10 ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਨਵ ਜੰਮੇ ਬੱਚਿਆਂ ਨੂੰ ਸੂਰੀ ਥੱਲੇ ਦੱਬਣ ਤੋਂ ਬਚਾਉਣ ਲਈ ਗਾਰਡ ਰੇਲ ਜਾਂ ਕੱਟਣ ਦਾ ਯੰਤਰ ਜਾਂ ਸੂਰ ਫੜਨ ਦਾ ਯੰਤਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਹੁਣ ਤੁਸੀਂ ਵੇਖੋਗੇ ਕਿ ਪੋਲਟਰੀ ਫਾਰਮਾਂ ਦੇ ਆਧੁਨਿਕੀਕਰਨ ਦੇ ਵਿੱਚ ਕੀ ਜ਼ਰੂਰੀ ਅਸੀਂ ਤਕਨੀਕਾਂ ਬਾਰੇ ਜਾਣ ਸਕਦੇ ਹਾਂ। ਜਿਵੇਂ ਕਿ ਇਹ ਜਿਹੜਾ ਤੁਸੀਂ ਫਾਰਮ ਦੇਖ ਰਹੇ ਹੋ, ਇਹ ਐਲੀਵੇਟਿਡ ਪਲੈਟਫਾਰਮ ਸ਼ੈੱਡ ਹੈ, ਯਾਨੀ ਕਿ ਜ਼ਮੀਨ ਤੋਂ 6 ਫੁੱਟ ਉਤਾਂ ਚੁੱਕ ਕੇ ਬਣਾਇਆ ਗਿਆ ਹੈ ਔਰ ਇਸ ਦੇ ਵਿੱਚ ਥੰਮਾਂ ਦੀ ਜਾਣਕਾਰੀ, ਵੱਖ-ਵੱਖ ਪਲੈਟਫਾਰਮ ਦੇ ਵਿਚਾਲੇ ਦੇ ਡਿਸਟੈਂਸ ਨੂੰ ਅਸੀਂ ਬੜੇ ਸੁਚੱਜੇ ਢੰਗ ਨਾਲ ਇੱਥੇ ਸਿਫਾਰਿਸ਼ ਕਰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਡਿਪਾਰਟਮੈਂਟ ਦੇ ਵਿੱਚ ਤੁਸੀਂ ਵਿਜ਼ਿਟ ਕਰਕੇ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ। ਸਾਡੇ ਡਿਪਾਰਟਮੈਂਟ ਵੱਲੋਂ ਬੱਕਰੀ ਫਾਰਮਿੰਗ ਦੇ ਬਾਰੇ ਵਿੱਚ ਵੀ ਪਸ਼ੂ ਪਾਲਕਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬੱਕਰੀ ਫਾਰਮਿੰਗ ਖੇਤੀਬਾੜੀ ਦੇ ਸਹਾਇਕ ਧੰਦਿਆਂ ਵਿੱਚੋਂ ਇੱਕ, ਪਰ ਛੋਟੇ ਕਿਸਾਨਾਂ ਦੀ ਆਮਦਨ ਨੂੰ ਚੋਖਾ ਕਰਨ ਲਈ ਬਹੁਤ ਮਹੱਤਵਪੂਰਨ ਜ਼ਰੀਆ ਹੈ। ਸੋ ਆਓ ਵੇਖੀਏ ਕਿ ਬੱਕਰੀ ਪਾਲਣ ਕਿਵੇਂ ਕਿਸਾਨ ਵੀਰਾਂ ਲਈ ਲਾਹੇਵੰਦ ਹੈ। ਤਾਂ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਦੋਹਰੇ ਮੰਤਵ ਵਾਲੀ ਨਸਲ ਜਿਵੇਂ ਕਿ ਬੀਟਲ ਜਿਹੜੀ ਅੰਮ੍ਰਿਤਸਰੀ ਹੈ, ਅਸੀਂ ਉਸ ਦੀ ਸਿਫਾਰਿਸ਼ ਕਰਦੇ ਹਾਂ। ਉਸ ਦੇ ਨਸਲੀ ਗੁਣ ਦੇ ਵਿੱਚ ਰੰਗ ਕਾਲਾ ਪੂਰਾ, ਉੱਭਰਵਾਂ ਨੱਕ, ਲੰਬੇ ਚਪਟੇ ਕੰਨ, ਆਵਾਜ਼ ਦੇ ਲਈ ਕੁਝ ਸਟੈਂਡਰਡ ਸਪੇਸ ਰਿਕੁਆਇਰਮੈਂਟਸ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਸ ਦੇ ਬਾਰੇ 'ਚ ਤੁਸੀਂ ਇੱਥੇ ਆ ਕੇ ਸਾਡੇ ਤੋਂ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ। ਸੋ ਫਾਰਮ ਦੇ ਰੋਜ਼ਾਨਾ ਕੰਮ, ਖੁਰਾਕੀ ਪ੍ਰਬੰਧ, ਪ੍ਰਜਨਨ ਪ੍ਰਬੰਧ, ਨਵਜੰਮੇ ਬੱਚਿਆਂ ਦਾ ਪ੍ਰਬੰਧ, ਬੱਕਰੀ ਉਤਪਾਦ ਨੂੰ ਫਰਦਰ ਪ੍ਰੋਸੈਸਿੰਗ ਕਰਕੇ ਅਸੀਂ ਬੱਕਰੀ ਫਾਰਮਿੰਗ ਤੋਂ 30 ਤੋਂ 50% ਤੱਕ ਹੋਰ ਆਮਦਨ ਨੂੰ ਵਧਾ ਸਕਦੇ ਹਾਂ। ਜੇ ਅਸੀਂ ਆਰਥਿਕਤਾ ਬਾਰੇ ਗੱਲ ਕਰੀਏ ਤਾਂ ਸ਼ੁਰੂਆਤੀ ਲਾਗਤ 20,000 ਤੋਂ 25,000 ਇੱਕ ਫਾਰਮ ਦੇ ਉੱਤੇ ਆਉਂਦੀ, ਇੱਕ ਬੱਕਰੀ ਦੇ ਉੱਤੇ ਆਉਂਦੀ ਹੈ ਅਤੇ ਸਾਲਾਨਾ ਉਤਪਾਦਨ ਦੀ ਲਾਗਤ 12,000 ਤੋਂ 14,000 ਪ੍ਰਤੀ ਬੱਕਰੀ ਜੇ ਹੋਵੇ ਤਾਂ ਸਾਲਾਨਾ ਆਮਦਨ ਸਾਨੂੰ ਇਸ ਤੋਂ 20,000 ਤੋਂ 22,000 ਪ੍ਰਤੀ ਬੱਕਰੀ ਮਿਲ ਸਕਦੀ ਹੈ। ਓਵਰਆਲ ਜੇ ਅਸੀਂ ਗੱਲ ਕਰੀਏ ਤਾਂ ਮੁਨਾਫਾ ਜਿਹੜਾ ਹੈ ਉਹ 500 ਤੋਂ 700 ਰੁਪਏ ਸ਼ੁੱਧ ਮੁਨਾਫਾ ਪ੍ਰਤੀ ਬੱਕਰੀ ਪ੍ਰਤੀ ਮਹੀਨਾ ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਹ ਜਿਹੜਾ ਅਸੀਂ ਬੱਕਰੀ ਫਾਰਮ ਦਾ ਮਾਡਲ ਜਿਹੜਾ ਬਣਾਇਆ ਹੈ, ਇਹ 100 ਬੱਕਰੀਆਂ ਪਿੱਛੇ 10 ਨਰ ਬੱਕਰੇ ਰੱਖ ਕੇ ਅਸੀਂ ਇਸ ਨੂੰ ਸਿਫਾਰਿਸ਼ ਕਰਦੇ ਹਾਂ ਔਰ ਇਹਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ ਕਿ ਇਹਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਜਾਨਵਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਗ੍ਹਾ ਮੁਹੱਈਆ ਕਰਾਉਣੀ ਹੈ। ਤਾਂ ਇਸ ਵਿੱਚ ਤੁਸੀਂ ਦੇਖੋਗੇ ਜਵਾਨ ਬੱਕਰੀਆਂ ਦਾ ਵਾੜਾ, ਪ੍ਰਸੂਤੀ ਵਾੜਾ, ਨਵਜੰਮੇ ਛੁਲਾਰੂਆਂ ਲਈ ਵੱਖਰਾ ਵਾੜਾ, ਵਾਧੇ ਪਏ ਨਰ, ਵਾਧੇ ਪਈਆਂ ਮਾਦਾ, ਬੋਖ ਅਤੇ ਬਿਮਾਰ ਪਸ਼ੂਆਂ ਲਈ ਅਸੀਂ ਇੱਕ ਆਈਸੋਲੇਸ਼ਨ ਸ਼ੈੱਡ ਵੀ ਰਿਕਮੈਂਡ ਕਰਦੇ ਹਾਂ।
ਇਸ ਤੋਂ ਇਲਾਵਾ ਜੇ ਕਿਸਾਨ ਵੀਰ ਜਾਂ ਪਸ਼ੂ ਪਾਲਕ ਇਹ ਚਾਹਣ ਤਾਂ ਉਹ ਪੱਠਿਆਂ ਲਈ ਇੱਕ ਛੋਟਾ ਜਿਹਾ ਏਰੀਆ ਵੀ ਆਪਣੇ ਇਸ ਫਾਰਮ ਦੇ ਨਾਲ ਜੋੜ ਸਕਦੇ ਹਨ। ਹੋਰ ਜ਼ਿਆਦਾ ਇਸ ਨੂੰ ਵਧੀਆ ਕਰਨ ਦੇ ਲਈ ਤਾਂ ਕਿ ਸਾਡੀਆਂ ਐਕਟੀਵਿਟੀਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਛੀਆਂ ਹੋ ਜਾਣ, ਤਾਂ ਭਾਰ ਤੋਲਣ ਵਾਲਾ ਕੰਡਾ, ਦਫ਼ਤਰ ਕਮ ਸਟੋਰ ਅਸੀਂ ਉੱਥੇ ਉਸਾਰ ਸਕਦੇ ਹਾਂ। ਤੁਸੀਂ ਦੇਖੋਗੇ ਕਿ ਵਿਭਾਗ ਵੱਲੋਂ 10 ਮੱਝਾਂ, ਗਾਵਾਂ ਅਤੇ ਕੱਟੜੂਆਂ ਵਛੜੂਆਂ ਦੇ ਲਈ ਸ਼ੈੱਡ ਦੇ ਬਾਰੇ 'ਚ ਕੁਝ ਸਿਫਾਰਿਸ਼ਾਂ ਇਸ ਤਰ੍ਹਾਂ ਹਨ ਕਿ ਜੇ ਤੁਸੀਂ ਇੱਥੇ ਦੇਖੋ ਤੇ ਸਟੈਂਡਰਡ ਦੇ ਮੁਤਾਬਿਕ ਜੋ ਅਸੀਂ ਗਾਂ ਮੱਝ ਨੂੰ ਜਗ੍ਹਾ ਦੇਣੀ ਹੈ ਲਗਭਗ 4 ਫੁੱਟ ਦੇ ਕਰੀਬ, ਔਰ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਕਵਰਡ ਏਰੀਆ ਸਾਡਾ 12 ਫੁੱਟ ਦਾ ਕਵਰਡ ਏਰੀਆ ਔਰ 24 ਫੁੱਟ ਦਾ ਯਾਨੀ ਕਿ ਦੁੱਗਣਾ ਜਿਹੜਾ ਹੈ ਓਪਨ ਏਰੀਆ ਅਸੀਂ ਰਿਕਮੈਂਡ ਕਰਦੇ ਹਾਂ। ਤਾਂ ਕਵਰਡ ਏਰੀਆ ਯਾਨੀ ਛਤਾਨ ਹੇਠਾਂ ਜਗ੍ਹਾ, ਉਸ ਦੇ ਵਿੱਚ ਤੁਸੀਂ ਦੇਖੋਗੇ 1 ਇੰਚ ਦੀ ਢਲਾਣ ਜਿਹੜੀ ਹੈ, ਜਿਹਦੇ ਨਾਲ ਤਾਂ ਕਿ ਮਲ ਮੂਤਰ ਜਾਂ ਜੋ ਵੀ ਪਾਣੀ ਦਾ ਵਹਾਓ ਹੈ ਉਹ ਸਿੱਧਾ ਓਪਨ ਪੱਕੇ ਫਰਸ਼ ਦੇ ਉੱਤੇ ਚਲਾ ਜਾਏ, ਅਤੇ ਪੱਕੇ ਫਰਸ਼ ਤੋਂ ਕੱਚੇ ਫਰਸ਼ ਦੋਨਾਂ ਨੂੰ ਜਿਸ ਬਰਾਬਰ ਅਸੀਂ 12-12 ਫੁੱਟ ਦੇ ਵਿੱਚ ਵੰਡਿਆ ਹੋਇਆ ਹੈ, ਤਾਂ ਕਿ ਢਲਾਣ ਜਿਹੜੀ ਹੈ 2 ਇੰਚ ਦੀ ਰੱਖ ਕੇ ਪਾਣੀ ਦੇ ਵਹਾਅ ਨੂੰ ਤੇਜ਼ ਕਰਕੇ ਜੋ ਵੀ ਮਲ ਮੂਤਰ ਔਰ ਪਾਣੀ ਹੈ ਉਹ ਕੱਚੇ ਫਰਸ਼ ਦੇ ਵਿੱਚ ਜਾ ਕੇ ਸੋਖਿਆ ਜਾਏ। ਤਾਂ ਇਸੇ ਤਰ੍ਹਾਂ ਤੁਸੀਂ ਦੇਖੋਗੇ ਕੱਟੜੂ ਵਛੜੂਆਂ, ਨਵੇਂ ਜੰਮੇ ਬੱਚਿਆਂ ਔਰ ਜੱਚੇ ਦਾ ਕਮਰਾ, ਉਹਨਾਂ ਨੂੰ ਸਭ ਨੂੰ ਅਸੀਂ ਖੁਰਲੀ ਔਰ ਬਾਕੀ ਪਾਣੀ ਦੀ ਵਿਵਸਥਾ ਦੇ ਹਿਸਾਬ ਨਾਲ ਸਿਫਾਰਿਸ਼ ਕਰਦੇ ਹਾਂ। ਨਾਲ ਦੀ ਨਾਲ ਇੱਕ ਚੰਗੇ ਔਰਗੇਨਾਈਜ਼ਡ ਫਾਰਮ ਦੇ ਵਿੱਚ ਦਾਣੇ ਦਾ ਸਟੋਰ, ਮੈਨੇਜਰ ਦਾ ਕਮਰਾ ਔਰ ਸਾਈਲੇਜ ਦੇ ਲਈ ਜਿਹੜੀ ਖਾਈ ਹੈ ਉਹ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਖੁਰਲੀ ਦੇ ਪਾਸੇ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ, ਜਿਸ ਦੇ ਵਿੱਚ ਵਿਭਾਗ ਇਹ ਸਿਫਾਰਿਸ਼ ਕਰਦਾ ਹੈ ਕਿ ਘੱਟੋ ਘੱਟ ਖੁਰਲੀ ਬਣਾਉਂਦੇ ਸਮੇਂ ਬੇਸਿਕ ਜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ 3 ਫੁੱਟ ਦੀ ਉਸਦੀ ਚੌੜਾਈ ਹੋਵੇ, ਮੂਰਲੀ ਕੰਧ 2.5 ਫੁੱਟ ਉੱਚੀ ਔਰ ਪਿਛਲੀ ਕੰਧ ਜਿਹੜੀ ਹੈ ਉਹ 4 ਫੁੱਟ ਉੱਚੀ ਹੋਣੀ ਚਾਹੀਦੀ ਹੈ। ਸਭ ਤੋਂ ਜ਼ਰੂਰੀ ਗੱਲ ਇਸ ਦੇ ਵਿੱਚ ਇਸ ਤਰ੍ਹਾਂ ਦੇ ਸ਼ੈੱਡ ਨੂੰ ਛੱਤਣ ਤੋਂ ਪਹਿਲੇ ਧਿਆਨ ਰੱਖਣਾ ਪਵੇਗਾ ਕਿ ਸ਼ੈੱਡ ਦੀ ਉਸਾਰੀ ਜਿਹੜੀ ਹੈ ਉਸ ਦੀ ਡਾਇਰੈਕਸ਼ਨ ਜੋ ਹੈ ਪੂਰਬ ਪੱਛਮ ਦਿਸ਼ਾ ਵੱਲ ਹੋਣੀ ਚਾਹੀਦੀ ਹੈ। ਵਿਭਾਗ ਦੀਆਂ ਸੂਰ ਪਾਲਣ ਸੰਬੰਧੀ ਸਿਫਾਰਿਸ਼ਾਂ ਵਿੱਚ ਜੇ ਤੁਸੀਂ ਦੇਖੋਗੇ ਕਿ ਬਾਕੀ ਪਸ਼ੂਆਂ ਦੇ ਮੁਕਾਬਲੇ ਸੂਰ ਪਾਲਣ ਵਧੇਰੇ ਲਾਹੇਵੰਦ ਕਿੱਤਾ ਹੈ। ਇਸ ਕਿੱਤੇ ਦੀ ਵਿਕਾਸ ਦਰ ਬਹੁਤ ਜ਼ਿਆਦਾ ਹੈ ਔਰ ਸ਼ਾਰਟ ਜਨਰੇਸ਼ਨ ਇੰਟਰਵਲ ਕਰਕੇ ਇਹ ਬਹੁਤ ਹੀ ਵਧੀਆ ਆਮਦਨ ਦਾ ਜ਼ਰੀਆ ਹੋ ਸਕਦਾ ਹੈ। 8 ਤੋਂ 9 ਮਹੀਨਿਆਂ ਦੇ ਵਿੱਚ ਹੀ ਪ੍ਰਜਨਨਯੋਗ ਹੋ ਜਾਂਦੀਆਂ ਹਨ ਸੂਰੀ, ਔਰ ਉਸ ਨੂੰ ਅਸੀਂ 1 ਸਾਲ ਦੇ ਵਿੱਚ 2 ਸੂਏ ਲੈ ਸਕਦੇ ਹਾਂ। ਔਰ ਇਸੇ ਤਰ੍ਹਾਂ ਜੇ ਅਸੀਂ ਧਿਆਨ ਦਈਏ ਤਾਂ ਇੱਕ ਸੂਏ ਵਿੱਚ ਬੱਚਿਆਂ ਦੀ ਔਸਤਨ ਗਿਣਤੀ ਜਿਹੜੀ ਹੈ 10 ਤੋਂ 12 ਹੁੰਦੀ ਹੈ, ਅਤੇ ਮੰਡੀਕਰਨ 'ਤੇ ਪਹੁੰਚਦੇ ਨਵੇਂ ਜੰਮੇ ਬੱਚੇ 70 ਤੋਂ 90 ਕਿਲੋ ਦੇ ਹੋ ਜਾਂਦੇ ਹਨ ਅਤੇ ਬਹੁਤ ਛੇਤੀ ਆਮਦਨ ਦਾ ਜ਼ਰੀਆ ਬਣ ਜਾਂਦੇ ਹਨ। ਅਤੇ ਇੱਕ ਮੁਨਾਫੇ ਦੀ ਗੱਲ ਕਰੀਏ ਤਾਂ 2250 ਰੁਪਇਆ ਪ੍ਰਤੀ ਪਸ਼ੂ ਪ੍ਰਤੀ ਮਹੀਨਾ ਜਿਹੜਾ ਹੈ ਮੁਨਾਫਾ ਸੂਰ ਪਾਲਣ ਤੋਂ ਕਮਾਇਆ ਜਾ ਸਕਦਾ ਹੈ। ਵਿਭਾਗ ਇਹ ਸਿਫਾਰਿਸ਼ ਕਰਦਾ ਹੈ ਕਿ ਨਸਲ ਕਸ਼ੀ ਲਈ ਵਰਤੋਂ ਚੰਗਾ ਸੂਰ ਹੋਵੇ, ਵਧੀਆ ਪ੍ਰਜਨਨ ਤੇ ਵਾਧਾ ਭਰਪੂਰ। ਤਾਂ ਇਸ ਦੇ ਵਿੱਚ ਇਸ ਦੇ ਸੰਬੰਧਿਤ ਨਸਲ ਸੰਬੰਧੀ ਬਹੁਤ ਸਾਰੇ ਗੁਣਾਂ ਦੀ ਸਾਨੂੰ ਪਹਿਚਾਣ ਹੋਣੀ ਚਾਹੀਦੀ ਹੈ। ਨਸਲ ਦੀ ਪਛਾਣ, ਬਣਤਰ ਦੀ ਮਜ਼ਬੂਤੀ ਅਤੇ ਉਹਨਾਂ ਦੇ ਪ੍ਰਜਨਨ ਸੰਬੰਧੀ ਹੋਰ ਅੰਗਾਂ ਬਾਰੇ ਸਾਨੂੰ ਬਹੁਤ ਵਧੀਆ ਜਾਣਕਾਰੀ ਹੋਣੀ ਚਾਹੀਦੀ ਹੈ। ਪਸ਼ੂ ਪਾਲਣ ਪ੍ਰਬੰਧ ਵਿਭਾਗ ਇਸ ਸਮੇਂ ਘਰ ਦੀਆਂ ਸੁਆਣੀਆਂ ਬਜ਼ੁਰਗਾਂ ਜੋ ਭਾਰੇ ਕੰਮ ਨਹੀਂ ਕਰ ਸਕਦੇ ਲਈ ਘਰ ਦੇ ਪਿਛਵਾੜੇ ਮੁਰਗੀ ਪਾਲਣ ਦੀ ਸਿਫਾਰਿਸ਼ ਕਰਦਾ ਹੈ। ਆਓ ਵੇਖੀਏ ਕਿਵੇਂ ਘਰ ਦੇ ਪਿਛਲੇ ਵਿਹੜੇ ਜਾਂ ਬਗੀਚੀ ਵਿੱਚ ਰੱਖਿਆ ਛੋਟਾ ਜਿਹਾ ਪੋਲਟਰੀ ਕੂਪ ਤੁਹਾਡੇ ਘਰ ਵਿੱਚ ਸੁੰਦਰਤਾ ਦੇ ਨਾਲੋਂ ਨਾਲ ਆਮਦਨ ਅਤੇ ਪਰਿਵਾਰਕ ਪੋਸ਼ਣ ਦਾ ਜ਼ਰੀਆ ਬਣ ਸਕਦਾ ਹੈ। ਸੋ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਭਾਗ ਪੰਜਾਬ ਰੈੱਡ ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਇੱਕ ਬਰੀਡ ਹੈ ਉਸ ਦੀ ਸਿਫਾਰਿਸ਼ ਕਰਦਾ ਹੈ। ਇੱਕ ਵਿਅਸਕ ਮੁਰਗੀ ਦਾ ਭਾਰ ਲਗਭਗ 2.5 ਤੋਂ 3.5 ਕਿਲੋ ਅਤੇ ਸਾਲਾਨਾ ਅੰਡੇ ਦਾ ਉਤਪਾਦਨ ਲਗਭਗ 200 ਅੰਡੇ ਹੁੰਦਾ ਹੈ। ਅੰਡੇ ਦਾ ਭਾਰ ਔਸਤਨ 55 ਤੋਂ 60 ਗ੍ਰਾਮ ਹੈ। ਇਹਨਾਂ ਦੇ ਆਵਾਸ ਦੇ ਲਈ ਅਸੀਂ ਛੋਟੇ ਛੋਟੇ ਕੂਪ ਬਣਾ ਕੇ ਵੀ ਰੱਖ ਸਕਦੇ ਹਾਂ। ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੋਨਾਂ ਵਾਸਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕੂਪ ਬਣਾਏ ਜਾ ਸਕਦੇ ਹਨ। ਦਿਨ ਵੇਲੇ ਅਸੀਂ ਬਰਡ ਨੂੰ ਖੁੱਲ੍ਹਾ ਛੱਡ ਸਕਦੇ ਹਾਂ ਔਰ ਰਾਤ ਨੂੰ ਅਸੀਂ ਛਤਾਣ ਹੇਠਾਂ ਰੱਖ ਸਕਦੇ ਹਾਂ। ਅਤੇ ਲੋਕਲੀ ਅਵੇਲੇਬਲ ਮਟੀਰੀਅਲ ਤੋਂ ਅਸੀਂ ਉਸ ਨੂੰ ਘੱਟ ਲਾਗਤ ਵਾਲੇ ਕੂਪ ਬਣਾ ਸਕਦੇ ਹਾਂ। ਇਸੇ ਤਰ੍ਹਾਂ ਪ੍ਰਜਨਨ ਪ੍ਰਬੰਧ ਦੇ ਵਿੱਚ 6 ਤੋਂ 8 ਮੁਰਗੀਆਂ ਦੇ ਪਿੱਛੇ ਇੱਕ ਮੁਰਗਾ ਰੱਖ ਕੇ ਅਸੀਂ ਉਹਨਾਂ ਤੋਂ ਚੂਚੇ ਲੈ ਸਕਦੇ ਹਾਂ। ਇਹਨਾਂ ਦੇ ਸੰਬੰਧੀ ਸਿਹਤ ਸੰਬੰਧੀ ਵਾਸਤੇ ਨਿਯਤ ਟੀਕਾਕਰਨ ਕਰਾਉਣਾ ਜ਼ਰੂਰੀ ਹੋਏਗਾ ਅਤੇ ਮਲਾਪ ਰਹਿਤ ਦਵਾਈ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੋਏਗੀ। ਆਰਥਿਕਤਾ ਦੀ ਗੱਲ ਕਰੀਏ ਤਾਂ 50 ਵਿਅਸਕ ਮੁਰਗੀਆਂ ਨੂੰ ਪਾਲਣ 'ਤੇ ਅੰਦਾਜ਼ਨ ਜੇ ਅਸੀਂ ਲਾਗਤ ਦੀ ਗੱਲ ਕਰੀਏ ਤਾਂ 35,000 ਰੁਪਏ ਦਾ ਖਰਚਾ ਆਉਂਦਾ ਹੈ
ਅਤੇ ਇੱਕ ਉਤਪਾਦਨ ਚੱਕਰ ਯਾਨੀ ਕਿ 1.5 ਸਾਲ ਤੋਂ ਅੰਦਾਜ਼ਨ ਆਮਦਨ ਜਿਹੜੀ ਹੈ ਸਾਨੂੰ 67,000 ਦੇ ਕਰੀਬ ਹੁੰਦੀ ਹੈ। ਉਸ ਤੋਂ ਸ਼ੁੱਧ ਮੁਨਾਫਾ ਜਿਹੜਾ ਹੈ 32,000 ਰੁਪਏ ਕਮਾਇਆ ਜਾ ਸਕਦਾ ਹੈ। ਜੇ ਅਸੀਂ ਪ੍ਰਤੀ ਪੰਛੀ ਪ੍ਰਤੀ ਮਹੀਨੇ ਦੀ ਗੱਲ ਕਰੀਏ ਤਾਂ 36 ਰੁਪਏ ਪ੍ਰਤੀ ਪੰਛੀ ਪ੍ਰਤੀ ਮਹੀਨਾ ਸ਼ੁੱਧ ਮੁਨਾਫਾ ਕਮਾਇਆ ਜਾ ਸਕਦਾ ਹੈ। ਇਹ ਜਿਹੜੇ ਮਾਡਲ ਤੁਸੀਂ ਦੇਖ ਸਕਦੇ ਹੋ, ਇਹ ਅਸੀਂ 2 ਤਰ੍ਹਾਂ ਦੇ ਮਾਡਲ ਰਿਕਮੈਂਡ ਕਰ ਰਹੇ ਹਾਂ। ਪੇਂਡੂ ਖੇਤਰਾਂ ਵਾਸਤੇ ਬੈਕਯਾਰਡ ਪੋਲਟਰੀ ਮਾਡਲ ਅਤੇ ਸ਼ਹਿਰੀ ਖੇਤਰਾਂ ਵਾਸਤੇ ਬੈਕਯਾਰਡ ਪੋਲਟਰੀ ਮਾਡਲ। ਸੋ ਅਸੀਂ ਇਹ ਇੱਥੇ ਸਿਫਾਰਿਸ਼ ਕਰਦੇ ਹਾਂ ਕਿ ਜਿਹੜੇ ਪੇਂਡੂ ਖੇਤਰਾਂ ਦੇ ਵਿੱਚ ਘਰ ਬੈਠੀਆਂ ਸੁਆਣੀਆਂ ਤੇ ਬਜ਼ੁਰਗ ਹਨ, ਉਹ ਇੱਕ ਵਧੀਆ ਕੂਪ ਬਣਾ ਕੇ ਅਤੇ ਇੱਕ ਓਪਨ ਸਪੇਸ ਦੇ ਕੇ ਆਲੇ ਦੁਆਲੇ ਸੋਹਣੀ ਬਗੀਚੀ ਜਾਂ ਗਾਰਡਨ ਜੋ ਸਬਜ਼ੀਆਂ ਵਾਸਤੇ ਬਣਾਇਆ ਹੁੰਦਾ ਹੈ, ਉਸ ਦੇ ਨਾਲ ਇਸ ਨੂੰ ਜੋੜ ਕੇ ਇੱਕ ਵਧੀਆ ਦਿੱਖ ਵਾਲਾ ਔਰ ਇੱਕ ਵਧੀਆ ਆਮਦਨ ਤੇ ਪੋਸ਼ਣ ਦਾ ਜ਼ਰੀਆ ਬਣਾ ਸਕਦੇ ਹਨ। ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਾਸਤੇ ਬੈਕਯਾਰਡ ਪੋਲਟਰੀ ਮਾਡਲ ਦੇ ਵਿੱਚ ਅਸੀਂ 2 ਆਪਸ਼ਨਸ ਕ੍ਰੀਏਟ ਕੀਤੀਆਂ ਨੇ। ਇੱਕ ਤਾਂ ਇਹ ਹੈ ਜੋ ਸਿਡੈਂਟਰੀ, ਜੋ ਇੱਕੋ ਜਗ੍ਹਾ ਖੜਾ ਹੈ। ਦੂਸਰਾ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਉਸ ਨੂੰ ਮੂਵੇਬਲ ਬਣਾ ਸਕਦੇ ਹਾਂ ਤਾਂ ਕਿ ਅਸੀਂ ਆਪਣੇ ਘਰ ਦੇ ਲੌਨ ਦੇ ਵਿੱਚ ਉਹਨੂੰ ਕਿਤੇ ਵੀ ਇੱਧਰ ਉੱਧਰ ਲੈ ਜਾ ਸਕੀਏ। ਸੋ ਜਿਹੜੀ ਵੀ ਇਸ ਵਿਭਾਗ ਵੱਲੋਂ ਤਕਨੀਕੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ, ਇਹਨਾਂ ਸਾਰੀਆਂ ਤਕਨੀਕਾਂ ਦੀ ਹੋਰ ਵਿਸਤਾਰਿਤ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਹੋ। ਉਸ ਦੇ ਲਈ ਤੁਸੀਂ ਫ਼ੋਨ ਨੰਬਰ ਸਾਡੀ ਆਫੀਸ਼ੀਅਲ ਲੈਂਡਲਾਈਨ 'ਤੇ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰੋ 0161 2414 024।